ਸਾਹਿਬ ਜੀਓ। ਮੇਰੇ ਸਾਹਿਬ ਤੂੰ ਮੈਂ ਮਾਨ ਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੇ। ਸੁਣ ਸੁਣ ਜੀਵਾ ਤੇਰੀ ਬਾਣੀ, ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ। ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸਚ ਹੋਵੇ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਅਨ ਦਿਨ ਨਾਮ ਵਖਾਣਾ ਰਾਮ। ਅੰਮ੍ਰਿਤ ਬਾਣੀ ਉਚਰਾਂ ਹਰ ਜਸ, ਮੀਠਾ ਲਗੈ ਤੇਰਾ ਪਾਣਾ ਰਾਮ। ਚਵਰ ਛਤਰ ਤਖਤ ਦੇ ਮਾਲਿਕ, ਅੰਤਰਜਾਮੀ ਲੋਕ ਪਰਲੋਕ ਦੇ ਸਹਾਈ, ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਜੀ। ਕਰੋ ਕਿਰਪਾ ਸਾਰੀ ਸੰਗਤ ਲਵਾਓ ਹਾਜ਼ਰੀਆਂ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡ ਭਾਗੀ ਹੋ, ਤੰਤਾ ਦੇ ਜੋਗ ਹੋ, ਜੋ ਕਿ ਰੋਜ਼ਾਨਾ ਦੀ ਤਰ੍ਹਾਂ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਜਪਜੀ ਸਾਹਿਬ ਜੀ ਦੀ ਪਾਵਨ ਲੜੀਵਾਰ ਵਿਚਾਰ ਵਿੱਚ ਆਪ ਜੀ ਰੋਜ਼ਾਨਾ ਬੜੇ ਪਿਆਰ ਸਹਿਤ ਸਤਿਗੁਰੂ ਦੀ ਪਾਵਨ ਵਿਚਾਰ ਨੂੰ ਸਰਵਣ ਕਰਦੇ ਹੋ। ਸੋ ਪਿਛਲੇ ਦਿਨਾਂ ਵਿੱਚ ਜੋ ਆਪ ਜੀ ਨੇ 8ਵੀਂ ਪੌੜੀ ਦੀ ਪਾਵਨ ਵਿਚਾਰ ਸਰਵਣ ਕੀਤੀ ਹੈ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ। ਇਹ ਪਾਵਨ ਵਿਚਾਰ ਸਤਿਗੁਰ ਦੀ ਆਪ ਜੀ ਨੇ ਪਿਛਲੇ ਦਿਨਾਂ ਵਿੱਚ ਸਰਵਣ ਕੀਤੀ ਹੈ, ਲਾਹਾ ਪ੍ਰਾਪਤ ਕੀਤਾ ਹੈ। ਆਓ ਗੁਰੂ ਰੂਪ ਗੁਰੂ ਖਾਲਸਾ ਜੀ ਜੋ ਅੱਜ ਦੀ 9ਵੀਂ ਪੌੜੀ ਹੈ, ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੁਣਨ ਦਾ ਮਹੱਤਮ ਦੱਸ ਰਹੇ ਹਨ, ਆਓ ਬੜੇ ਪਿਆਰ ਭਾਵਨਾ ਸਹਿਤ ਮਨ ਚਿੱਤ ਬਿਰਤੀਆਂ ਕਾਗਰ ਕਰਕੇ ਸਤਿਗੁਰ ਦੀ ਪਾਵਨ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ। ਆਓ ਗੁਰੂ ਪਿਆਰੇ ਇੱਕ ਵਾਰੀ ਦਿਓ ਅਸੀਸ, ਆਖੋ ਸਤਨਾਮ ਸਤਨਾਮ। ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖ ਸਾਲਾਹਣ ਮੰਦ। ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤਰ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੋ 9ਵੀਂ ਪੌੜੀ ਵੀ ਸਤਿਗੁਰੂ ਆਰੰਭਤਾ ਕਰਦੇ ਹਨ ਕਿ ਭਾਈ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਦੇ ਨਾਲ ਜਿਹੜਾ ਮਨ ਕਰਕੇ ਸੁਰਤ ਜੋੜਦਾ, ਸਰੀਰ ਕਰਕੇ ਨਹੀਂ। ਅੱਗੇ ਮੈਂ ਬੇਨਤੀਆਂ ਕਰਾਂਗਾ। ਸਤਿਗੁਰੂ ਕਹਿੰਦੇ ਜਿਹੜੇ ਇਕਾਗਰ ਚਿੱਤ ਹੋ ਕਰਕੇ ਪ੍ਰੇਮਾ ਭਗਤੀ ਵਿੱਚ ਸਤਿਗੁਰੂ ਦਾ ਧਿਆਨ ਧਰਦੇ ਹਨ, ਜਿਹੜੇ ਮਨੁੱਖ ਪਰਮੇਸ਼ਰ ਦੇ ਚਰਨਾਂ ਵਿੱਚ ਨਾਮ ਵਿੱਚ ਸੁਰਤ ਜੋੜਦੇ ਨੇ ਗੁਰੂ ਪਿਆਰਿਓ, ਉਹਨਾਂ ਨੂੰ ਬ੍ਰਹਮਾ ਤੇ ਇੰਦਰ ਵਰਗੀ ਜਿਹੜੀ ਪਦਵੀ ਤੇ ਉਹ ਅੱਪੜ ਜਾਂਦੇ ਹਨ। ਏਡੀਆਂ ਸ਼ਕਤੀਆਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਜਿਵੇਂ ਮੈਂ ਕੱਲ ਆਪ ਜੀ ਨੂੰ ਬੇਨਤੀ ਕੀਤੀ, ਭਗਤ ਧੰਨਾ ਜੀ
ਜਿਨ੍ਹਾਂ ਨੇ ਕੇਵਲ ਭਗਤਾਂ ਬਾਰੇ ਸੁਣਿਆ, ਜਿਵੇਂ ਅਸੀਂ ਵੀ ਸੁਣਨ ਆਏ ਆ। ਗੁਰੂ ਪਿਆਰਿਓ, ਭਗਤ ਧੰਨਾ ਜੀ ਨੇ ਕੇਵਲ ਭਗਤਾਂ ਬਾਰੇ ਸੁਣਿਆ ਤੇ ਸੁਣ ਕੇ ਐਸੀ ਪ੍ਰੀਤ ਜਾਗੀ ਹੈ ਕਿ ਫਿਰ ਗੁਰੂ ਪਿਆਰੇ ਰੁਕੇ ਨਹੀਂ। ਇਹ ਬਿਧ ਸੁਣ ਕੇ ਜਾਟਰੋ ਉਠ ਭਗਤੀ ਲਾਗਾ। ਫਿਰ ਇਦਾਂ ਦੀ ਪ੍ਰੀਤ ਜਦੋਂ ਸਤਿਗੁਰੂ ਨਾਲ ਹੋਈ, ਪਰਮੇਸ਼ਰ ਨੂੰ ਧਿਆਉਣਾ ਕੀਤਾ। ਤੇ ਮੈਂ ਕੱਲ ਬੇਨਤੀ ਕੀਤੀ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਵੱਡਿਆਂ ਭਾਗਾਂ ਵਾਲੇ ਭਗਤ ਧੰਨਾ ਜੀ ਨੂੰ ਪਰਮਾਤਮਾ ਦੇ ਦੀਦਾਰ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਪਰਮਾਤਮਾ ਵਾਹਿਗੁਰੂ ਨੂੰ ਸੁਣਨ ਦੇ ਨਾਲ, ਵੇਖਣ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪ੍ਰਾਪਤ ਹੋ ਜਾਂਦੀਆਂ ਹਨ। ਭਗਤਾਂ ਬਾਰੇ ਗੁਰੂ ਪਿਆਰੇ ਜਦੋਂ ਭਗਤ ਧੰਨਾ ਜੀ ਨੇ ਸੁਣਿਆ, ਇਹ ਪ੍ਰੇਮਾ ਭਗਤੀ ਜਾਗੀ। ਅਸੀਂ ਵੀ ਸੁਣਨ ਵਾਸਤੇ ਆਏ ਆ ਕਿ ਇੱਕ ਦਿਨ ਸੁਣ ਕਰਕੇ ਸਾਡਾ ਵੀ ਪਿਆਰ ਸਤਿਗੁਰੂ ਨਾਲ ਪੈ ਜੇ। ਇਹੀ ਉਦਮ ਹੈ ਨਾ, ਕਾਰਨ ਇਹੀ ਹੈ। ਇੱਥੇ ਆਉਣ ਦਾ ਕਾਰਨ ਇਹ ਹੈ ਕਿ ਅਸੀਂ ਸਤਿਗੁਰ ਦੇ ਨਾਲ ਜੁੜ ਜਾਈਏ, ਸਾਡੀ ਵੀ ਪ੍ਰੀਤ ਸਤਿਗੁਰ ਨਾਲ ਬਣ ਆਵੇ। ਸਤਿਗੁਰ ਕਹਿੰਦੇ, ਜਿਹੜਾ ਵਾਰ-ਵਾਰ ਨਾਮ ਨੂੰ ਜਪੇਗਾ, ਵਾਰ-ਵਾਰ ਸਤਿਗੁਰ ਨੂੰ ਚੇਤੇ ਕਰੇਗਾ, ਭਾਈ ਉਹਦੇ ਵਿੱਚ ਜਿਹੜੀਆਂ ਸ਼ਕਤੀਆਂ ਨੇ, ਸਰੀਰ ਵਿੱਚ ਇੱਕ ਬੰਦ ਸ਼ਕਤੀ ਹੈ, ਸੁਰਤ ਜਾਗਦੀ ਨਹੀਂ। ਆ ਮੈਂ ਰਮਤਾ ਤੇ ਬੇਨਤੀ ਕਰਾਂ, ਸਾਡੀ ਜਿਹੜੀ ਸੁਰਤ ਹੈ ਨਾ, ਉਹ ਸੁੱਤੀ ਪਈ ਹੈ। ਸਾਡਾ ਮਨ ਨਹੀਂ ਲੱਗਦਾ। ਬਾਣੀ ਪੜਨ ਲੱਗਿਆ, ਸਿਮਰਨ ਕਰਨ ਲੱਗਿਆ, ਮਨ ਜੁੜਦਾ ਹੀ ਨਹੀਂ। ਉਹਦਾ ਭਾਵ ਹੈ ਕਿ ਸਾਡੀ ਜਿਹੜੀ ਸੁਰਤ ਹੈ ਉਹ ਸੁੱਤੀ ਪਈ ਹੈ। ਇਹਨੂੰ ਜਗਾਉਣ ਵਾਸਤੇ ਅਸੀਂ ਗੁਰੂ ਕੋਲ ਆਏ ਆ। ਤਾਂ ਹੀ ਮਹਾਰਾਜ ਨੇ ਬਚਨ ਕੀਤੇ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਵੀ ਸਤਿਗੁਰ ਦੇ ਕੋਲ ਆਏ ਆ ਤੇ ਇਹਨੂੰ ਜਗਾਉਣਾ ਅਸੀਂ। ਤੇ ਗੁਰੂ ਪਿਆਰਿਓ, ਸਤਿਗੁਰ ਕਹਿੰਦੇ, ਜਿਹੜੀ ਸਰੀਰ ਵਿੱਚ ਬੰਦ ਸ਼ਕਤੀ ਹੈ, ਭਾਵ ਕਹਿ ਦਈਏ ਸੁਰਤ ਜਿਹੜੀ ਸੁੱਤੀ ਪਈ ਹੈ, ਜਦੋਂ ਮਨੁੱਖ ਪਰਮਾਤਮਾ ਦੇ ਨਾਮ ਨੂੰ ਵਾਰ-ਵਾਰ ਜਪੇਗਾ, ਵਾਰ-ਵਾਰ ਨਾਮ ਦਾ ਧਿਆਨ ਕਰੇਗਾ, ਮਹਾਰਾਜ ਕਹਿੰਦੇ ਜਿਹੜੀ ਬੰਦ ਸ਼ਕਤੀ ਹੈ ਨਾ, ਇੱਕ ਦਿਨ ਉਹ ਜਾਗ ਪਏਗੀ। ਆਖੋ ਸਤਨਾਮ। ਸਤਿਗੁਰੂ ਇੱਕ ਬਚਨ ਕਰਦੇ ਗੁਰੂ ਪਿਆਰਿਓ ਬਾਣੀ ਵਿੱਚ। ਮੈਂ ਸਾਰੇ ਉਦਾਹਰਣ ਬੇਨਤੀ ਕਰਾਂ ਬਾਣੀ ਵਿੱਚੋਂ, ਕਿਉਂਕਿ ਇਹ ਸ਼ਕਤੀ ਜਦੋਂ ਜਾਗਦੀ ਹੈ ਨਾ, ਫਿਰ ਨਾਮ ਰੂਪੀ ਅੰਮ੍ਰਿਤ ਵਰਸਦਾ ਹੈ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਜਦੋਂ ਜੀਵ ਪਰਮਾਤਮਾ ਦੇ ਨਾਲ ਜੁੜਦਾ, ਫਿਰ ਸਹਿਜੇ ਸਹਿਜੇ ਜਿਹੜੀ ਅੰਮ੍ਰਿਤ ਦੀ ਧਾਰ ਹੈ, ਅੰਮ੍ਰਿਤ ਦੀ ਦਾਤ ਹੈ, ਪਰਮੇਸ਼ਰ ਬਖਸ਼ਿਸ਼ ਕਰ ਦਿੰਦਾ ਹੈ। ਮਨ ਪੀਵੈ ਸੁਨ ਸ਼ਬਦ ਵਿਚਾਰਾ। ਤਦੋਂ ਮਨੁੱਖ ਦਾ ਮਨ ਗੁਰੂ ਕੇ ਸ਼ਬਦ ਨਾਲ ਜੁੜ ਜਾਂਦਾ, ਪ੍ਰਭੂ ਦੇ ਗੁਣਾਂ ਦੀ ਵਿਚਾਰ ਅੰਮ੍ਰਿਤ ਧਾਰ ਨੂੰ ਪੀਂਦਾ ਗੁਰੂ ਪਿਆਰੋ, ਫਿਰ ਮਨ ਟਿਕ ਜਾਂਦਾ। ਇੱਕ ਬਚਨ ਵਿੱਚ ਹੋਰ ਸਤਿਗੁਰ ਕਰਦੇ ਆ, ਚਿਮ 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 ਵਰਸੈ ਅੰਮ੍ਰਿਤ ਧਾਰਾ ਰਾਮ। ਚਿਮ ਚਿਮੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਰਾਮ। ਹੁਣ ਮੈਂ ਬੇਨਤੀ ਕਰਾਂ, ਜਿਵੇਂ ਵਰਖਾ ਰੁੱਤੇ ਜਦੋਂ ਮਿੱਠੀ ਫੁਹਾਰ ਪੈਂਦੀ ਹੈ ਤਾਂ ਬੜੀ ਸੁਹਾਵਣੀ ਠੰਡ ਮਹਿਸੂਸ ਕਰਾਂਦੀ ਹੈ। ਹਜੂਰ ਕਹਿੰਦੇ, ਜਿਵੇਂ ਕੋਈ ਸਿੱਖ ਗੁਰੂ ਸਾਹਿਬ ਨੂੰ ਮਿਲਦਾ ਹੈ, ਉਹਦੇ ਹਿਰਦੇ ਵਿੱਚ ਏਦਾਂ ਦੀ ਨਾਮ ਜਲ ਦੀ ਧਾਰ, ਮਿੱਠੀ ਵਰਖਾ ਹੁੰਦੀ ਹੈ। ਇਹ ਸੱਚਾਈ ਹੈ। ਗੁਰੂ ਪਿਆਰਿਓ, ਮਹਾਰਾਜ ਕਹਿੰਦੇ, ਜਦੋਂ ਬਾਣੀ ਨਾਲ ਪਿਆਰ ਕਰ ਤੂੰ। ਇੱਕ ਬਚਨ ਹੋਰ ਆਉਂਦਾ ਸਤਿਗੁਰ ਦਾ, ਕਿਉਂਕਿ ਅਸੀਂ ਬਾਣੀ ਨੂੰ ਪੜ੍ਹਦੇ ਵੀ ਆ, ਸੁਣਦੇ ਵੀ ਆ, ਪਰ ਸਾਡੇ ਹਿਰਦੇ ਵਿੱਚ ਬਾਣੀ ਵਸਦੀ ਨਹੀਂ। ਤੇ ਸਤਿਗੁਰ ਕਹਿੰਦੇ, ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜੋ, ਤਤੈ ਸਾਰ ਨਾ ਜਾਣੀ। ਕਿ ਬਾਣੀ ਨੂੰ ਸੁਣ ਤੇ ਲਿਆ, ਬਾਣੀ ਨੂੰ ਅਸੀਂ ਮੰਨਾਂਗੇ ਤਾਂ ਸਾਨੂੰ ਬਾਣੀ ਦੀ ਸਮਝ ਆਏਗੀ, ਬਾਣੀ ਉਪਦੇਸ਼ ਕੀ ਕਰਦੀ ਹੈ। ਸਤਿਗੁਰ ਕਹਿੰਦੇ, ਬੜੇ ਲੋਕ ਜਿਹੜੇ ਨੇ ਉਹ ਬਾਣੀ ਨੂੰ ਗਾਉਂਦੇ ਨੇ, ਬਾਣੀ ਨੂੰ ਸੁਣਦੇ, ਪਰ ਵਿਚਾਰ ਨਹੀਂ ਕਰਦੇ। ਸਤਿਗੁਰ ਕਹਿੰਦੇ, ਜਪਣਾ ਤੇ ਸੁਣਨਾ ਇਹ ਸੰਸਾਰ ਦੀ ਕਾਰ ਹੈ, ਇਹ ਸਾਰੇ ਲੋਕ ਕਰਦੇ ਪਏ ਆ। ਬਹੁਤ ਸਮੇਂ ਤੋਂ ਇਹ ਸੰਸਾਰਿਕ ਲੋਕ ਕਰ ਰਹੇ ਨੇ ਗੁਰੂ ਪਿਆਰਿਓ। ਸਤਿਗੁਰ ਕਹਿੰਦੇ, ਇਹ ਪੜਨਾ, ਇਹ ਸੁਣਨਾ, ਇਹ ਚੱਲਦਾ ਆ ਰਿਹਾ ਬਹੁਤ ਲੰਮੇ ਸਮੇਂ ਤੋਂ। ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਸੁਲਤਾਨਪੁਰ ਵਿੱਚ ਠਹਿਰੇ, ਬੜਾ ਸਮਾਂ ਸਤਿਗੁਰ ਨੇ ਉੱਥੇ ਮੋਦੀਖਾਨੇ ਦੀ ਕਾਰ ਕੀਤੀ। ਇੱਕ ਦਿਨ ਗੁਰੂ ਪਿਆਰਿਓ, ਸੁਲਤਾਨਪੁਰ ਵਿੱਚ ਜਿਹੜੇ ਕਾਜੀ ਸਨ, ਜਿਹੜੇ ਮਸਜਿਦ ਦੇ ਕਾਜੀ ਸਨ, ਮੌਲਵੀ ਸਨ, ਤੇ ਜਿਹੜਾ ਦੌਲਤ ਖਾਂ ਹੈ, ਨਵਾਬ ਜਿਹੜਾ, ਉਹ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਮਹਾਰਾਜ ਜੇ ਤੁਸੀਂ ਸਾਰੇ ਧਰਮਾਂ ਨਾਲ ਪਿਆਰ ਕਰਦੇ ਹੋ, ਅੱਜ ਸਾਡੇ ਨਾਲ ਮਸਜਿਦ ਵਿੱਚ ਜਾ ਕੇ ਨਮਾਜ਼ ਪੜ੍ਹੋ। ਆਰੰਭਤਾ ਕਿੱਥੋਂ ਕੀਤੀ ਹੈ? ਸੁਣਨ ਤੋਂ।
ਕਿ ਸੁਣਨ ਦਾ ਤਰੀਕਾ ਕੀ ਹੈ, ਪਰਮਾਤਮਾ ਦੇ ਨਾਮ ਨੂੰ ਕਿਵੇਂ ਸੁਣਿਆ ਜਾ ਸਕਦਾ ਹੈ। ਜਦੋਂ ਇਹ ਗੱਲ ਨਵਾਬ ਨੇ ਕਹੀ, ਕਾਜੀ ਨੇ ਕਹੀ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸਾਡੇ ਨਾਲ ਮਸੀਤ ਵਿੱਚ ਨਮਾਜ਼ ਪੜੋ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਪੜ ਲਾਂਗੇ, ਪਰ ਸ਼ਰਤ ਹੈ ਸਾਡੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਨਾਲ ਸਮਝੌਤਾ ਕਰੋ ਕਿ ਤੁਸੀਂ ਨਾਲ ਪੜੋਗੇ, ਤੁਸੀਂ ਬਾਹਰ ਨਹੀਂ ਨਿਕਲਣਾ, ਸਾਡੇ ਨਾਲ ਪੜੋਗੇ। ਠੀਕ ਹੈ ਮਹਾਰਾਜ, ਅਸੀਂ ਤਾਂ ਰੋਜ਼ ਹੀ ਪੜਦੇ ਹਾਂ। ਗੁਰੂ ਪਿਆਰਿਓ, ਜਦੋਂ ਇਹ ਮਹਾਰਾਜ ਨੇ ਬਚਨ ਕਰ ਦਿੱਤਾ ਕਿ ਕੱਲ ਦਾ ਜਿਹੜਾ ਦਿਨ ਚੜੇਗਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਸੀਤ ਵਿੱਚ ਜਾ ਕੇ ਨਮਾਜ਼ ਪੜਨਗੇ। ਸਾਰੇ ਸੁਲਤਾਨਪੁਰ ਵਿੱਚ ਰੋਲਾ ਪੈ ਗਿਆ ਕਿ ਗੁਰੂ ਨਾਨਕ ਸਾਹਿਬ ਹੁਣ ਮੁਸਲਮਾਨ ਬਣ ਜਾਣਗੇ। ਸਾਰਿਆਂ ਦੀ ਵੱਖੋ ਵੱਖਰੀ ਸੋਚ ਪੈਦਾ ਹੋ ਗਈ। ਸਾਰੇ ਮਹਾਰਾਜ ਨੂੰ ਪੁੱਛਣ ਲੱਗ ਪਏ, ਮਹਾਰਾਜ ਇਹ ਕੀ ਕਰ ਰਹੇ ਹੋ, ਇਹ ਕਿਉਂ ਕਰ ਰਹੇ ਹੋ, ਤੁਸੀਂ ਮੁਸਲਮਾਨ ਬਣ ਚੱਲੇ ਹੋ। ਸਾਰੇ ਸੁਲਤਾਨਪੁਰ ਨਗਰ ਵਿੱਚ ਰੋਲਾ ਪੈ ਗਿਆ, ਗੁਰੂ ਨਾਨਕ ਸਾਹਿਬ ਮਸੀਤ ਵਿੱਚ ਨਮਾਜ਼ ਪੜਨਗੇ, ਮਹਾਰਾਜ ਮੁਸਲਮਾਨ ਧਰਮ ਵਿੱਚ ਜਾ ਰਹੇ ਨੇ। ਸਾਧ ਸੰਗਤ ਜੀ, ਇਹ ਰੋਲਾ ਪੈ ਗਿਆ। ਬੜਿਆਂ ਨੇ ਆ ਕੇ ਮਹਾਰਾਜ ਨੂੰ ਸਵਾਲ ਕੀਤੇ, ਸਮਝਾਉਣ ਲੱਗ ਪਏ ਗੁਰੂ ਨਾਨਕ ਸਾਹਿਬ ਨੂੰ। ਮੈਂ ਬੇਨਤੀ ਕਰਾਂ, ਆਪ ਪਰਮੇਸ਼ਰ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ, ਲੋਕਾਂ ਨੇ ਸਮਝਾਉਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਮੁਸਲਮਾਨ ਬਣ ਜਾਓਗੇ। ਤੇ ਜਦੋਂ ਇਹ ਬਚਨ ਕੀਤੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜ਼ਰੂਰੀ ਨਹੀਂ ਕਿ ਮਸੀਤ ਵਿੱਚ ਜਾ ਕੇ ਮੁਸਲਮਾਨ ਬਣ ਜਾਈਏ, ਜ਼ਰੂਰੀ ਨਹੀਂ ਹੈ ਕਿ ਜਿਹੜਾ ਨਮਾਜ਼ ਪੜਦਾ ਉਹ ਮੁਸਲਮਾਨ ਹੋਵੇ। ਦੇਖਿਓ ਉਦਾਹਰਣ ਕਿਦਾਂ ਦਾ, ਸਿੱਖ ਵਾਸਤੇ ਵੀ ਇਹੀ ਚੀਜ਼ ਹੈ। ਮਹਾਰਾਜ ਉੱਥੋਂ ਦੇ ਲੋਕ ਕਹਿੰਦੇ, ਮਹਾਰਾਜ ਤੁਸੀਂ ਮਸੀਤ ਵਿੱਚ ਜਾਓਗੇ ਮੁਸਲਮਾਨ ਬਣ ਜਾਓਗੇ। ਤੇ ਮਹਾਰਾਜ ਕਹਿੰਦੇ ਜਿਹੜਾ ਮਸੀਤ ਵਿੱਚ ਜਾਂਦਾ ਹੈ ਨਾ, ਉਹ ਮੁਸਲਮਾਨ ਨਹੀਂ। ਮੁਸਲਮਾਨ ਕੌਣ ਹੈ? ਬਾਣੀ ਦਾ ਬਚਨ ਆਉਂਦਾ, ਮੁਸਲਮਾਨ ਮੋਮ ਦਿਲ ਹੋਵੇ, ਅੰਦਰ ਕੀ ਮਲ ਦਿਲ ਤੇ ਧੋਵੇ। ਕੌਣ ਮੁਸਲਮਾਨ ਹੈ? ਮੈਂ ਕਹਿੰਦਾ ਬਾਣੀ ਨੂੰ ਜਦੋਂ ਅਸੀਂ ਵਿਚਾਰਾਂਗੇ, ਸਾਧ ਸੰਗਤ ਜੀ, ਬ੍ਰਾਹਮਣ ਬਾਰੇ ਵੀ ਜ਼ਿਕਰ ਕੀਤਾ। ਕਿੱਦਾਂ ਦਾ ਬ੍ਰਾਹਮਣ ਹੋਣਾ ਚਾਹੀਦਾ? ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰ ਹੈ। ਮਹਾਰਾਜ ਨੂੰ ਪੁੱਛੀਏ, ਜੇ ਬ੍ਰਾਹਮਣ ਹੈ ਤੇ ਕਿੱਦਾਂ ਦਾ ਹੋਣਾ ਚਾਹੀਦਾ, ਜੇ ਮੁਸਲਮਾਨ ਹੈ ਤੇ ਉਹਦਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ। ਗੁਰੂ ਪਿਆਰਿਓ, ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਮਸੀਤ ਵਿੱਚ ਨਮਾਜ਼ ਪੜਦਾ ਜ਼ਰੂਰੀ ਨਹੀਂ ਉਹ ਪੂਰਾ ਮੁਸਲਮਾਨ ਹੋਵੇ, ਕਿਉਂਕਿ ਮੁਸਲਮਾਨ ਦਾ ਅਰਥ ਹੈ ਗੁਰੂ ਪਿਆਰਿਓ, ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਮਹਾਰਾਜ ਕਹਿੰਦੇ ਮੁਸਲਮਾਨ ਮੋਮ ਦਿਲ ਹੋਵੇ, ਉਹਦਾ ਦਿਲ ਤੇ ਬੜਾ ਨਰਮ ਹੁੰਦਾ ਹੈ। ਪਰ ਇਹ ਜਿਹੜੇ ਨਮਾਜ਼ ਪੜਦੇ ਆ ਪੂਰੇ ਪੱਕੇ ਮੁਸਲਮਾਨ ਨਹੀਂ। ਬਹੁਤ ਰੌਲਾ ਪੈ ਗਿਆ ਸੁਲਤਾਨਪੁਰ ਨਗਰ ਵਿੱਚ। ਗੁਰੂ ਪਿਆਰਿਓ, ਸਤਿਗੁਰ ਕਹਿੰਦੇ ਜੋ ਕੁਝ ਮਨੁੱਖ ਬੋਲਦਾ ਉਹ ਆਪ ਨਹੀਂ ਸੁਣਦਾ, ਕਿਉਂਕਿ ਅੱਜ ਜਿਹੜੀ ਪੌੜੀ ਹੈ ਨਾ 9ਵੀਂ, ਉਹ ਸੁਣਨ ਦਾ ਹੀ ਮਹੱਤਵ ਹੈ। ਸਤਿਗੁਰ ਕਹਿੰਦੇ ਜਿਵੇਂ ਜਿਵੇਂ ਮਨੁੱਖ ਬੋਲਦਾ ਉਹ ਬੋਲਦਾ ਤੇ ਜ਼ਰੂਰ ਹੈ, ਪਰ ਜੋ ਬੋਲਦਾ ਉਹ ਆਪਣੇ ਆਪ 'ਚ ਨਹੀਂ ਸੁਣਦਾ। ਵੀ ਜਿਹੜੀ ਗੱਲਾਂ ਉਹ ਕਰਦਾ ਉਹ ਆਪਣੇ ਅੰਤਰ ਤੇ ਲਾਗੂ ਨਹੀਂ ਹੁੰਦੀਆਂ। ਤਾਂ ਹੀ ਮਹਾਰਾਜ ਨੇ ਬਚਨ ਕੀਤਾ, ਅਵਰ ਉਪਦੇਸੈ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੈ। ਇਹਦਾ ਹੀ ਅਰਥ ਹੈ ਨਾ ਵੀ ਆਪ ਤੇ ਉਪਦੇਸ਼ ਕਰ ਰਿਹਾ ਪਰ ਆਪਣੇ ਤੇ ਲਾਗੂ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਭਾਈ ਇਹ ਸਾਰਾ ਸੰਸਾਰ ਜਗਤ ਅੱਜ ਤੋਂ ਨਹੀਂ, ਬਹੁਤ ਲੰਮੇ ਸਮੇਂ ਤੋਂ ਜੋ ਕੁਝ ਬੋਲਦਾ ਹੈ ਉਹਨੂੰ ਸੁਣਦਾ ਨਹੀਂ, ਤੇ ਜਿਹੜਾ ਸੁਣ ਲੈਂਦਾ ਉਹਦੀ ਵਿਚਾਰ ਵੱਡੀ ਹੁੰਦੀ ਹੈ। ਸਾਰੇ ਸੁਲਤਾਨਪੁਰ ਨਗਰ ਵਿੱਚ ਰੋਲਾ ਪੈ ਗਿਆ ਕਿ ਮਹਾਰਾਜ ਕੱਲ ਨੂੰ ਮੁਸਲਮਾਨ ਬਣ ਜਾਣਗੇ। ਗੁਰੂ ਪਿਆਰਿਓ, ਕੱਲ ਦਾ ਦਿਨ ਚੜ੍ਹਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਸਮਾਂ ਮਿਥਿਆ ਸੀ, ਉਸ ਸਮੇਂ ਵਿੱਚ ਗੁਰੂ ਪਿਆਰਿਓ ਮਹਾਰਾਜ ਮਸੀਤ ਵਿੱਚ ਪਹੁੰਚ ਗਏ। ਸਾਰਾ ਨਗਰ ਜਿਹੜਾ ਹੈ, ਸੁਲਤਾਨਪੁਰ ਜਿਹੜਾ ਨਗਰ ਹੈ, ਸਾਰਾ ਮਸੀਤ ਦੇ ਚਾਰ ਚੁਫੇਰੇ ਬੈਠ ਗਿਆ, ਕਿਉਂਕਿ ਸਾਰਿਆਂ ਵਿੱਚ ਹੈਰਾਨੀ ਵਾਲੀ ਗੱਲ ਸੀ, ਮਹਾਰਾਜ ਮਸੀਤ ਵਿੱਚ ਚੱਲੇ ਆ। ਕਹਿੰਦੇ ਨੇ ਕਾਜੀ, ਗੁਰੂ ਪਿਆਰੇ ਸਾਖੀ ਬੜੀ ਵਾਰੀ ਵਾਚੀ ਹੋਵੇਗੀ, ਪਰ ਅੱਜ ਦਾ ਜੋ ਸਾਡਾ ਸ਼ਬਦ ਹੈ, ਸੁਣਿਆ ਈਸ਼ਰ ਬਰਮਾ ਇੰਦ, ਸੁਣਨ ਦੇ ਨਾਲ ਮਹੱਤਵ ਕੀ ਮਿਲਦਾ ਹੈ, ਸੁਣਨ ਦੇ ਨਾਲ ਬਖਸ਼ਿਸ਼ ਕੀ ਹੁੰਦੀ ਹੈ, ਪਰ ਜਿਹੜਾ ਮਨ ਕਰਕੇ ਸੁਣਦਾ ਹੈ। ਕਹਿੰਦੇ ਨੇ ਕਾਜੀ ਤੇ ਦੌਲਤ ਖਾਨ ਜਿਹੜਾ ਨਵਾਬ ਹੈ, ਕਹਿੰਦੇ ਮਸੀਤ ਵਿੱਚ ਪਹੁੰਚੇ ਹੈ, ਤੇ ਜਦੋਂ ਨਮਾਜ਼ ਪੜਨ ਲੱਗੇ ਤੇ ਆਪ ਜੀ ਨੂੰ ਪਤਾ ਵਾਰ-ਵਾਰ ਧਰਤੀ ਤੇ ਸਿਜਦਾ ਕਰਦੇ ਆ। ਕਹਿੰਦੇ ਨਵਾਬ ਤੇ ਕਾਜੀ ਗੁਰੂ ਪਿਆਰਿਓ ਵਾਰ-ਵਾਰ ਇਹ ਧਰਤੀ ਨੂੰ ਸਿਜਦਾ ਕਰਦੇ ਆ ਤੇ ਇਹ ਨਮਾਜ਼ ਪੜਨ ਲੱਗ ਪਏ। ਪਰ ਇੱਕ ਵਾਰੀ ਕਾਜੀ ਪਿੱਛੇ ਦੇਖਦਾ, ਮਹਾਰਾਜ ਖੜੇ ਹੀ ਨਹੀਂ। ਨਵਾਬ ਵੀ ਦੇਖਦਾ ਹੈ ਕਿ ਅਸੀਂ ਤੇ ਨਮਾਜ਼ ਪੜਦੇ ਆ, ਇਹ ਖੜੇ ਹੀ ਨਹੀਂ।
ਗੁਰੂ ਪਿਆਰਿਓ ਬਹੁਤ ਗੁੱਸਾ ਹੋ, ਅੰਦਰੋਂ ਅੰਦਰੀ ਬਹੁਤ ਗੁੱਸਾ ਹੈ, ਪਰ ਹੁਣ ਕਰ ਕੀ ਸਕਦੇ, ਨਵਾਜ਼ ਪੜ੍ਹਦੇ ਪਏ ਆ। ਤਵਾਰੀਖ ਵਿੱਚ ਆਉਂਦਾ ਹੈ, ਕਹਿੰਦੇ ਨੇ ਇਹਨਾਂ ਨੇ ਜਿਵੇਂ ਨਵਾਜ਼ ਦੀ ਸਮਾਪਤੀ ਕੀਤੀ, ਇਹ ਟੁੱਟ ਕੇ ਪੈ ਗਏ ਮਹਾਰਾਜ। ਸੱਚੇ ਪਾਤਸ਼ਾਹ ਤੁਸੀਂ ਗਲਤ ਕੀਤਾ ਹੈ, ਤੁਸੀਂ ਸਾਡੀ ਨਿਰਾਦਰੀ ਕੀਤੀ ਹੈ, ਤੁਸੀਂ ਸਾਡਾ ਅਪਮਾਨ ਕੀਤਾ ਹੈ, ਤੁਸੀਂ ਮੁਸਲਮਾਨ ਧਰਮ ਦਾ ਅਪਮਾਨ ਕੀਤਾ। ਮਹਾਰਾਜ ਕਹਿੰਦੇ ਕੀ ਹੋਇਆ? ਕਹਿੰਦੇ ਤੁਸੀਂ ਸਾਡੇ ਨਾਲ ਬਚਨ ਕੀਤਾ ਸੀ ਨਵਾਜ਼ ਪੜੋਗੇ, ਪਰ ਤੁਸੀਂ ਨਵਾਜ਼ ਨਹੀਂ ਪੜ੍ਹੀ, ਤੁਸੀਂ ਤੋਹੀਨ ਕਰ ਦਿੱਤੀ। ਜਿਵੇਂ ਅਸੀਂ ਇੱਥੇ ਰੋਜ਼ਾਨਾ ਆਉਂਦੇ ਆ ਗੁਰੂ ਪਿਆਰਿਓ, ਜੇ ਮਨ ਹੀ ਨਹੀਂ ਜੁੜਿਆ ਫਿਰ ਤੇ ਆਪ ਜੀ ਨੂੰ ਪਤਾ ਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ, ਕਹਿੰਦੇ ਟੁੱਟ ਕੇ ਪੈ ਗਏ, ਧਰਮ ਦੀ ਤੋਹੀਨ ਕਰ ਦਿੱਤੀ। ਮਹਾਰਾਜ ਬਚਨ ਕਰਦੇ ਆ ਕਿ ਭਾਈ ਕੱਲ ਸਾਡੀ ਗੱਲ ਹੋਈ ਸੀ, ਤੁਸੀਂ ਬਚਨ ਕੀਤਾ ਸੀ, ਸਮਝੌਤਾ ਕੀ ਹੋਇਆ ਸੀ, ਜਦੋਂ ਅਸੀਂ ਪੜਾਂਗੇ ਤੁਸੀਂ ਨਵਾਜ਼ ਪੜਨਾ, ਪਰ ਤੁਸੀਂ ਤੇ ਨਵਾਜ਼ ਪੜ੍ਹੀ ਨਹੀਂ। ਸਰੀਰ ਕਰਕੇ ਤੇ ਭਾਵੇਂ ਤੁਸੀਂ ਇੱਥੇ ਸੀ, ਪਰ ਮਹਾਰਾਜ ਕਹਿੰਦੇ ਮਨ ਕਰਕੇ ਤੇ ਕਾਜੀ ਜੀ ਦੌਲਤ ਖਾਨ ਤੁਸੀਂ ਇੱਥੇ ਹੈ ਹੀ ਨਹੀਂ ਸੀ। ਹੈਰਾਨ ਹੋ ਗਏ ਗੁਰੂ ਪਿਆਰਿਓ, ਕਿਤੇ ਸਾਡੇ ਨਾਲ ਇਹੀ ਨਾ ਕੁਝ ਵਰਤਦਾ ਹੋਵੇ। ਮਹਾਰਾਜ ਕਹਿੰਦੇ ਸੰਸਾਰ ਕਰਦਾ ਆ ਰਿਹਾ ਬੜੇ ਲੰਮੇ ਸਮੇਂ ਤੋਂ, ਸਰੀਰ ਕਰਕੇ ਤੇ ਪਹੁੰਚ ਜਾਂਦਾ ਹੈ, ਪਰ ਗੁਰੂ ਪਿਆਰਿਓ ਸਰੀਰ ਕਰਕੇ ਜਿੰਨਾ ਮਰਜ਼ੀ ਚਿਰ ਪਹੁੰਚੀ ਜਾਈਏ, ਪਰ ਜਿੰਨਾ ਚਿਰ ਮਨ ਨਹੀਂ ਆਉਂਦਾ ਗੱਲ ਨਹੀਂ ਬਣਨੀ। ਮਨ ਨੂੰ ਲਿਆਉਣਾ ਪਵੇਗਾ, ਮਨ ਨੂੰ ਸਤਿਗੁਰ ਦੇ ਚਰਨਾਂ ਵਿੱਚ ਜੋੜਨਾ ਪਵੇਗਾ। ਮਹਾਰਾਜ ਕਹਿੰਦੇ ਕਾਜੀ ਜੀ ਤੁਸੀਂ ਤੇ ਇੱਥੇ ਹੈ ਹੀ ਨਹੀਂ ਸੀ। ਕਾਜੀ ਜੀ ਇਤਿਹਾਸ ਜੋ ਲਿਖਦਾ ਹੈ, ਭਾਈ ਕਵੀ ਰਾਜ ਸੰਤੋਖ ਸਿੰਘ ਲਿਖਦੇ ਆ, ਕਾਜੀ ਮੰਨਿਆ ਨਹੀਂ। ਕਹਿੰਦੇ ਮਹਾਰਾਜ ਮੈਂ ਤੇ ਤੁਹਾਡੇ ਸਾਹਮਣੇ ਪੜ੍ਹੀ ਹੈ, ਮੈਂ ਤੇ ਤੁਹਾਡੇ ਸਾਹਮਣੇ ਨਵਾਜ਼ ਪੜ੍ਹ ਰਿਹਾ ਸੀ, ਇਹ ਕਿਵੇਂ ਹੋ ਸਕਦਾ, ਮੈਂ ਨਹੀਂ ਸੀ। ਜਦੋਂ ਦੌਲਤ ਖਾਂ ਵੀ ਸੁਣਦਾ ਪਿਆ, ਮੰਨਿਆ ਨਹੀਂ ਗੁਰੂ ਪਿਆਰਿਓ। ਪਰ ਮਹਾਰਾਜ ਕਹਿੰਦੇ ਕਾਜੀ ਸਰੀਰ ਕਰਕੇ ਤੇ ਨਵਾਜ਼ ਤੁਸੀਂ ਪੜ੍ਹ ਰਹੇ ਸੀ, ਪਰ ਮਨ ਕਰਕੇ ਤੁਸੀਂ ਇੱਥੇ ਨਹੀਂ ਸੀ। ਕਹਿੰਦੇ ਮਹਾਰਾਜ ਕਿਵੇਂ ਨਹੀਂ ਸੀ? ਕਹਿੰਦੇ ਮਨ ਕਰਕੇ ਤੁਹਾਡੇ ਘਰ ਘੋੜੀ ਨੇ ਬਸ਼ੇਰਾ ਦਿੱਤਾ, ਨਾਲ ਟੋਆ ਸੀ, ਤੇ ਤੁਹਾਡਾ ਮਨ ਇਹੀ ਸੀ ਕਿ ਮੈਂ ਘਰੋਂ ਤਾਂ ਆ ਗਿਆ ਕਿਤੇ ਬਸ਼ੇਰਾ ਟੋਏ ਵਿੱਚ ਨਾ ਡਿੱਗ ਪਏ। ਆਖੋ ਸਤਨਾਮ। ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਆ, ਸਾਰੀ ਜਿਹੜੀ ਤੁਸੀਂ ਨਵਾਜ਼ ਪੜ੍ਹੀ ਹੈ ਸਾਰਾ ਧਿਆਨ ਹੀ ਘਰ ਵਿੱਚ ਰਿਹਾ, ਫਿਰ ਨਵਾਜ਼ ਕਿਸ ਕੰਮ ਦੀ? ਵੀ ਜੋ ਸਮਾਂ ਪਰਮੇਸ਼ਰ ਨੂੰ ਦੇਣਾ ਸੀ ਉਹ ਸਮਾਂ ਤੇ ਉੱਥੇ ਬਤੀਤ ਕਰ ਦਿੱਤਾ। ਤਾਂ ਹੀ ਬਾਣੀ ਦਾ ਬਚਨ ਆਉਂਦਾ, ਮਨ ਕਰ ਕਬੂ ਨਾ ਹਰ ਗੁਣ ਗਾਇਓ, ਵੀ ਗੁਣ ਤੇ ਬੜੇ ਗਾਏ ਨੇ, ਕੀਰਤਨ ਬੜਾ ਕੀਤਾ, ਕਥਾ ਵਿਚਾਰ ਬੜੀ ਸੁਣੀ ਤੇ ਪੜ੍ਹੀ, ਪਰ ਇੱਕ ਨਿਮਖ ਮਾਤਰ ਵੀ ਮਨ ਚਰਨਾਂ ਵਿੱਚ ਨਹੀਂ ਜੁੜਿਆ। ਸਤਿਗੁਰ ਕਹਿੰਦੇ ਕਾਜੀ ਜੀ ਤੁਸੀਂ ਨਵਾਜ਼ ਨਹੀਂ ਪੜ੍ਹੀ, ਤੁਸੀਂ ਮਨ ਇੱਥੇ ਨਹੀਂ ਜੋੜ ਕੇ ਰੱਖਿਆ, ਮਹਾਰਾਜ ਦੇ ਚਰਨਾਂ ਤੇ ਟਹਿ ਪਿਆ। ਮਹਾਰਾਜ ਜੋ ਤੁਸੀਂ ਬੋਲਦੇ ਹੋ ਸਭ ਸੱਚ ਹੈ, ਵਾਕਈ ਮਨ ਇੱਥੇ ਨਹੀਂ ਸੀ। ਦੌਲਤ ਖਾਂ ਕਹਿੰਦੇ ਮਹਾਰਾਜ ਮੈਂ ਤੇ ਇੱਥੇ ਸੀ, ਚਲੋ ਜੇ ਮੌਲਵੀ ਚਲੇ ਗਏ ਤੁਸੀਂ ਮੇਰੇ ਨਾਲ ਪੜ ਲੈਂਦੇ, ਜੇ ਮੌਲਵੀ ਜੇ ਸਾਡਾ ਕਾਜੀ ਨਹੀਂ ਇੱਥੇ ਸੀ ਤੇ ਫਿਰ ਮੇਰੇ ਨਾਲ ਪੜ ਲੈਂਦੇ। ਮਹਾਰਾਜ ਮੁਸਕਰਾਏ ਆ, ਕਹਿੰਦੇ ਦੌਲਤ ਖਾਂ ਨਵਾਬ ਤੂੰ ਵੀ ਇੱਥੇ ਨਹੀਂ ਸੀ। ਹੱਸ ਪਏ ਮਹਾਰਾਜ, ਬਚਨ ਕੀਤੇ ਕਿ ਤੁਸੀਂ ਕਾਬਲ ਕੰਧਾਰ ਦੀ ਮੰਡੀ ਵਿੱਚ ਘੋੜੇ ਲੈਣ ਵਾਸਤੇ ਤੁਸੀਂ ਉੱਥੇ ਪਹੁੰਚੇ ਹੋਏ ਸੀ। ਆਖੋ ਸਤਨਾਮ। ਜਦੋਂ ਇਹ ਬਚਨ ਸੁਣੇ ਗੁਰੂ ਪਿਆਰਿਓ ਮਹਾਰਾਜ ਦੇ ਚਰਨਾਂ ਤੇ ਟਹਿ ਪਏ। ਉਹ ਮੁਸਲਮਾਨ ਧਰਮ ਜਿਹੜਾ ਮਹਾਰਾਜ ਨੂੰ ਮੁਸਲਮਾਨ ਬਣਾਉਣ ਲੱਗਾ ਸੀ, ਆਪਣੀਆਂ ਬਹੁਤ ਗੱਲਾਂ ਮਨਵਾਉਣ ਵਾਸਤੇ ਬੜਾ ਕੁਝ ਸਾਜ਼ਿਸ਼ ਕੀਤੀ, ਪਰ ਅੱਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਟਹਿ ਪਏ। ਆਖੋ ਸਤਨਾਮ। ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ ਕਿ ਬਾਣੀ ਜਿਹੜੀ ਹੈ ਪਰਮਾਤਮਾ ਤੋਂ ਬਿਨਾਂ ਅਸੀਂ ਰੋਜ਼ ਪੜ੍ਹਦੇ ਆ। ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੇ ਬੋਲ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਜੇ ਅਸੀਂ ਬਾਣੀ ਪੜ੍ਹਦੇ ਆ ਸਾਡਾ ਧਿਆਨ ਹੀ ਨਹੀਂ ਵਿਚਰਿਆ। ਕਈ ਵਾਰੀ ਤੁਸੀਂ ਦੇਖਦੇ ਹੋ ਸਾਰਿਆਂ ਨਾਲ ਵਰਤਦਾ ਹੈ, ਅਸੀਂ ਜਪਜੀ ਸਾਹਿਬ ਆਰੰਭਤਾ ਕਰ ਦਿੰਦੇ ਆ, ਆਰੰਭਤਾ ਦੇ ਵਿੱਚ ਵੀ ਕਿਤੇ ਮਨ ਨਹੀਂ ਹੁੰਦਾ, ਤੇ ਕਦੋਂ ਜਿੰਨੀ ਨਾਮ ਧਿਆਇਆ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ। ਉਹਦੇ ਵਿੱਚ ਹੀ ਸਾਰਾ ਕੰਮ ਅਸੀਂ ਕਰੇ ਆਉਂਦੇ ਆ ਕਿ ਕਿੱਥੇ ਜਾਣਾ ਸੀ, ਕਿਹੜਾ ਕੰਮ ਕਰਨਾ ਸੀ, ਇਹ ਸਾਰਿਆਂ ਦੇ ਨਾਲ ਹੀ ਬਤੀਤ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਿ ਭਾਈ ਇਸ ਕਰਕੇ ਮਨ ਜੁੜਨ ਦੀ ਸਾੜੀ ਗੱਲ ਹੈ। ਜਿਸ ਦਿਨ ਮਨ ਜੁੜ ਗਿਆ ਉਸ ਦਿਨ ਮਹਾਰਾਜ ਕਿਰਪਾ ਕਰ ਦਿੰਦੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਦੋਂ ਕਸ਼ਮੀਰ ਤੋਂ ਆਏ, ਮੈਂ ਕਹਿ ਰਿਹਾ ਸਾਖੀਆਂ ਮੈਂ ਤਾਂ ਨਾਲ ਲੈਣਾ ਕਿ ਕਿਤੇ ਸਾਡਾ ਮਨ ਜੁੜ ਜੇ, ਇੱਥੇ ਆਇਆ ਸਾਡਾ ਸਫਲਾ ਹੋ ਜੇ। ਗੁਰੂ ਪਿਆਰਿਓ ਜਿਵੇਂ ਕਾਜੀ ਦਾ ਮਨ ਨਹੀਂ ਜੁੜਿਆ, ਦੌਲਤ ਖਾਂ ਨਵਾਬ ਦਾ ਮਨ ਨਹੀਂ ਜੁੜਿਆ, ਕਿਸੇ ਅਸੀਂ ਉਸੇ ਕੈਟਾਗਰੀ ਵਿੱਚ ਤੇ ਨਹੀਂ ਕਿ ਆਉਂਦੇ ਜ਼ਰੂਰ ਹੈ ਰੋਜ਼,
ਬੈਠਦੇ ਵੀ ਆ, ਜਿਵੇਂ ਕਾਜੀ ਨੇ ਨਿਵਾਜ਼ ਵੀ ਪੜ੍ਹੀ ਹੈ, ਹਰ ਵਾਰੀ ਸਜਦਾ ਵੀ ਧਰਤੀ ਤੇ ਕੀਤਾ ਹੈ, ਪਰ ਉਹ ਪ੍ਰਵਾਨ ਨਹੀਂ ਹੋਈ ਕਿਉਂਕਿ ਮਨ ਨਹੀਂ ਸੀ। ਦੂਜਾ ਉਦਾਹਰਣ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਕਸ਼ਮੀਰ ਦੀ ਧਰਤੀ ਤੋਂ ਵਾਪਸ ਆ ਰਹੇ ਤੇ ਕੀ ਦੇਖਦੇ ਆ ਮਹਾਰਾਜ? ਕਚਰੇ ਦੇ ਢੇਰ ਤੇ ਇੱਕ ਭਾਈ ਮਨੁੱਖ ਪਿਆ, ਬੱਚਾ ਛੋਟਾ ਜਿਹਾ। ਗੁਰੂ ਕੇ ਸਿੱਖਾਂ ਨੇ ਵੀ ਦੇਖਿਆ, ਮਹਾਰਾਜ ਨੇ ਵੀ ਦੇਖਿਆ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਉਸ ਗੁਰਮੁਖ ਨੂੰ, ਉਸ ਬੱਚੇ ਨੂੰ ਚੱਕ ਲਿਆ ਤੇ ਚੱਕ ਲਿਆ ਗੁਰੂ ਪਿਆਰਿਓ। ਜਦੋਂ ਮਹਾਰਾਜ ਨੇ ਚੱਕ ਲਿਆ ਗੋਦੀ ਉੱਤੇ, ਸਿੱਖਾਂ ਨੇ ਕਿਹਾ ਮਹਾਰਾਜ ਇਹ ਤਾਂ ਮੈਲਾ ਹੈ। ਮਹਾਰਾਜ ਨੇ ਉਹਦਾ ਮੂੰਹ ਸਿਰ ਜਿਹੜਾ ਉਹ ਸਾਫ਼ ਕੀਤਾ ਤੇ ਮਹਾਰਾਜ ਨੇ ਗੋਦ ਵਿੱਚ ਲੈ ਲਿਆ। ਸਿੱਖਾਂ ਨੇ ਕਿਹਾ ਮਹਾਰਾਜ ਇਹ ਤਾਂ ਮੈਲਾ ਹੈ, ਬਹੁਤ ਗੰਦਾ ਹੈ। ਮਹਾਰਾਜ ਕਹਿੰਦੇ ਮੈਲਾ ਨਹੀਂ, ਇਹ ਸੁਥਰਾ ਹੈ। ਆਖੋ ਸਤਨਾਮ। ਜਦੋਂ ਮਹਾਰਾਜ ਨੇ ਬਚਨ ਕੀਤੇ ਤੇ ਗੁਰੂ ਪਿਆਰੇ ਦੇਖੋ ਸਮਾਂ ਅੱਜ ਵੀ ਸਮਾਂ ਕਿੰਨਾ ਕੁ ਭਿਆਨਕ ਹੈ, ਪਰ ਉਸ ਸਮੇਂ ਵੀ ਕਿੱਦਾਂ ਦੇ ਲੋਕ ਸਨ। ਬੱਚਾ ਹੋਇਆ, ਬੇਟਾ ਹੋਇਆ ਤੇ ਬੇਟੇ ਨੂੰ ਕੂੜੇ ਦੇ ਢੇਰ ਤੇ ਸੁੱਟ ਗਏ। ਗੁਰੂ ਨਾਨਕ ਦੇ ਘਰ ਦੀ ਜਿਹੜੀ ਦਿਆਲਤਾ ਗੁਰੂ ਪਿਆਰਿਓ ਕਿਤੋਂ ਨਹੀਂ ਮਿਲਣੀ। ਜਿੰਨਾ ਸਿਰ ਸੰਸਾਰ ਘੁੰਮ ਲਓ, ਸਾਰੇ ਸੰਸਾਰ ਵਿੱਚ ਘੁੰਮ ਲਓ, ਪਰ ਜੋ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ ਉਹ ਵੱਡੀ ਵਡਿਆਈ। ਚਰਜ ਕੌਤਕ ਨੇ ਸਤਿਗੁਰੂ ਦੇ। ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਸੁਥਰੇ ਨੂੰ ਆਪਣੀ ਗੋਦੀ ਵਿੱਚ ਲਿਆ, ਜੋ ਮਿੱਟੀ ਸਰੀਰ ਤੇ ਲੱਗੀ ਸੀ ਸਾਫ਼ ਕੀਤਾ ਤੇ ਕਹਿੰਦੇ ਨੇ ਉਹਨੂੰ ਆਪਣੇ ਕੋਲ ਨਾਲ ਲੈ ਆਏ। ਵੱਡਾ ਹੋਇਆ। ਮੈਂ ਇੱਕ ਬੇਨਤੀ ਹੋਰ ਕਰਦਾ, ਜਿਨ੍ਹਾਂ ਦੇ ਮਨ ਵਿੱਚ ਕੋਈ ਚਤਰਾਈ ਨਹੀਂ, ਕੋਈ ਛਲ ਕਪਟ ਨਹੀਂ, ਉਹਨੇ ਹੀ ਗੁਰੂ ਨਾਨਕ ਸਾਹਿਬ ਨੂੰ ਪਾਇਆ। ਆ ਜਿਹੜੇ ਆਪਣੇ ਆਪ 'ਚ ਬੜੇ ਗਿਆਨੀ ਕਹਿ ਦੋ, ਆਪਣੇ ਆਪ 'ਚ ਬੜੇ ਚਤਰ ਚਲਾਕ ਕਹਿ ਦੋ, ਇਹ ਸਾਰੀਆਂ ਗੱਲਾਂ ਜਿਨ੍ਹਾਂ ਦੇ ਵਿੱਚ ਨੇ ਉਹਨਾਂ ਨੇ ਕਦੇ ਨਹੀਂ ਪਾਇਆ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਜੇ ਭਗਤ ਧੰਨਾ ਜੀ ਨੂੰ ਪਰਮੇਸ਼ਰ ਮਿਲਿਆ ਤੇ ਕਵੀ ਰਾਜ ਲਿਖਦੇ ਆ ਭਗਤ ਧੰਨਾ ਜੀ ਵਰਗਾ ਸਿੱਧਾ ਹੀ ਕੋਈ ਨਹੀਂ, ਕੋਈ ਐਬ ਨਹੀਂ ਸੀ, ਕੋਈ ਇਸ ਗੁਰੂ ਪਿਆਰਿਓ ਪਤਾ ਹੀ ਨਹੀਂ ਸੀ ਕੁਝ। ਜੇ ਮੱਝਾਂ ਚਾਰਨ ਗਏ, ਗਾਵਾਂ ਚਾਰਨ ਗਏ ਤੇ ਬ੍ਰਾਹਮਣ ਨੇ ਕਿਹਾ ਇੱਕ ਠਾਕੁਰ ਲੈ ਲੈ। ਕਹਿੰਦੇ ਕੀ ਕਰੇਗਾ? ਜੋ ਮੰਗੇਗਾ ਦੇ ਦੇਗਾ। ਵੀ ਠਾਕੁਰ ਕੋਲੋਂ ਜੋ ਮੰਗੇਗਾ ਉਹ ਤੂੰ ਲੈ ਲੇਗਾ। ਕਹਿੰਦੇ ਗੱਲ ਕੋਈ ਨਹੀਂ, ਕਰਨਾ ਕੀ ਹੈ? ਕਹਿੰਦੇ ਰੋਜ਼ਾਨਾ ਭੋਗ ਲਵਾ ਦੀ, ਪ੍ਰਸ਼ਾਦਾ ਛਕਾ। ਹੁਣ ਬ੍ਰਾਹਮਣ ਲੋਕ ਕੀ ਕਰਦੇ ਆ? ਕੇਵਲ ਮੂੰਹ ਨੂੰ ਛਵਾਇਆ ਤੇ ਭੋਗ ਲੱਗ ਗਿਆ। ਹੁਣ ਇੰਨੀ ਸਮਝ ਨਹੀਂ ਸੀ। ਘਰ ਲਿਆਂਦਾ ਠਾਕੁਰ, ਗਾਂ ਦੇ ਦਿੱਤੀ, ਗਾਂ ਕਿੱਡੀ ਮਹਿੰਗੀ ਗਾਂ ਦੇ ਦਿੱਤੀ ਗੁਰੂ ਪਿਆਰਿਓ। ਠਾਕੁਰ ਹੱਥ ਵਿੱਚ ਫੜ ਲਿਆ, ਘਰ ਲਿਆਂਦਾ। ਮੈਂ ਤਾਂ ਬੇਨਤੀ ਕਰਿਆ ਜਿਨ੍ਹਾਂ ਦੇ ਮਨ ਵਿੱਚ ਛਲ ਕਪਟ ਨਹੀਂ, ਜਿਹੜੇ ਸਤਿਗੁਰ ਦੇ ਪਿਆਰ ਵਿੱਚ ਭਿੱਜ ਜਾਂਦੇ ਆ, ਉਹਨਾਂ ਨੂੰ ਪਰਮਾਤਮਾ ਦੇ ਦੀਦਾਰ ਹੋ ਜਾਇਆ ਕਰਦੇ ਆ। ਘਰ ਲਿਆਂਦਾ, ਪ੍ਰਸ਼ਾਦਾ ਤਿਆਰ ਕੀਤਾ, ਬੇਨਤੀ ਕੀਤੀ। ਬ੍ਰਾਹਮਣਾਂ ਦੇ ਘਰ ਤਾਂ ਰੋਜ਼ ਆਉਂਦੇ ਆ, ਜੋ ਵਿਸਾ ਨਹੀਂ। ਮੈਂ ਬੇਨਤੀ ਕਰਾਂ ਇਹ ਭਾਵਨਾ ਸਾਡੀ ਬਣਨੀ ਚਾਹੀਦੀ ਹੈ। ਮਹਾਰਾਜ ਬ੍ਰਾਹਮਣਾਂ ਦੇ ਘਰ ਤਾਂ ਰੋਜ਼ ਆਉਂਦੇ ਹੋ, ਅੱਜ ਮੇਰੇ ਘਰ ਵੀ ਆਜੋ, ਛਕ ਲੋ ਪ੍ਰਸ਼ਾਦਾ। ਬੜਾ ਸਮਾਂ ਲੰਘਿਆ, ਆਖੀਰਕਾਰ ਪਰਮੇਸ਼ਰ ਨੂੰ ਆਉਣਾ ਪਿਆ। ਏਦਾਂ ਦੀ ਭਾਵਨਾ ਸਾਡੀ, ਜਿਵੇਂ ਭੈਣ ਨਾਨਕੀ ਨੇ ਬਚਨ ਕੀਤੇ ਸੀ, ਇੱਕ ਤੁਸੀਂ ਮੇਰੇ ਭਰਾ ਹੋ, ਦੂਜੇ ਤੁਸੀਂ ਮੇਰੇ ਗੁਰੂ ਹੋ, ਤੁਹਾਡੇ ਤੋਂ ਬਿਨਾਂ ਮੈਂ ਰਹਿ ਨਹੀਂ ਸਕਦੀ, ਦਰਸ਼ਨ ਕਰਨ ਤੋਂ ਬਿਨਾਂ। ਮਹਾਰਾਜ ਕਹਿੰਦੇ ਸਾਨੂੰ ਜਾਣਾ ਪਵੇਗਾ, ਸੰਸਾਰ ਤਾਰਨਾ, ਪਰ ਤੇਰੇ ਨਾਲ ਵਾਅਦਾ ਜਦੋਂ ਚੇਤੇ ਕਰੇਂਗੀ ਉਸੇ ਸਮੇਂ ਤਤ ਛਿਨ ਪਹੁੰਚਾਂਗੇ। ਹੁਣ ਇੱਕ ਬੇਨਤੀ ਇੱਥੇ ਇਹ ਹੈ ਕਿ ਇਹ ਬਚਨ ਕੱਲੇ ਭੈਣ ਬੇਬੇ ਨਾਨਕੀ ਲਈ ਨਹੀਂ, ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਕਹਿ ਰਿਹਾ। ਗੁਰੂ ਪਿਆਰਿਓ, ਪ੍ਰੇਮ ਵਿੱਚ ਭਿੱਜ ਕੇ ਜਿਸ ਦਿਨ ਮੇਰੀ ਭੈਣ, ਮੇਰੀ ਮਾਂ ਪ੍ਰਸ਼ਾਦਾ ਤਿਆਰ ਕਰੇਗੀ ਗੁਰੂ ਨਾਨਕ ਸਾਹਿਬ ਨੂੰ ਚੇਤੇ ਕਰਕੇ, ਕੋਈ ਲਾਲਚ ਨਹੀਂ, ਕੋਈ ਮੰਗ ਨਹੀਂ, ਜਦੋਂ ਪ੍ਰੇਮ ਭਾਵਨਾ ਵਿੱਚ ਪ੍ਰਸ਼ਾਦਾ ਤਿਆਰ ਕਰੇ, ਮੈਂ ਕਹਿੰਦਾ ਕਿਸੇ ਨਾ ਕਿਸੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਜ਼ਰੂਰ ਆਉਣਗੇ। ਆਖੋ ਸਤਨਾਮ। ਪਰ ਸਾਡੀ ਇੱਥੇ ਅਵਸਥਾ ਨਹੀਂ, ਸਾਡਾ ਕੋਈ ਮਤਲਬ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਭਾਈ ਸੁਥਰੇ ਨੂੰ ਨਾਲ ਲੈ ਆਏ। ਜਦੋਂ ਭਾਈ ਸੁਥਰੇ ਨੂੰ ਨਾਲ ਲੈ ਆਏ, ਮੈਂ ਬੇਨਤੀ ਕਰ ਰਿਹਾ, 9ਵੀਂ ਪੌੜੀ ਹੈ, ਸੁਣਨਾ ਕਿਵੇਂ ਆ? ਸੁਣਨ ਦੀ ਜਾਚ ਕਿਵੇਂ ਆਵੇਗੀ? ਅਸੀਂ ਇੱਥੇ ਆਉਂਦੇ ਆ, ਕੀਰਤਨ ਸੁਣਨੇ ਆ, ਪਰ ਸੁਣਨ ਦਾ ਮਹੱਤਵ ਕੀ ਹੈ? ਸੁਣਨਾ ਕੀ ਹੈ? ਤੇ ਸੁਣਨ ਦੀ ਜਾਚ ਕਿਵੇਂ ਆਏ? ਕਹਿੰਦੇ ਭਾਈ ਸੁਥਰੇ ਨੂੰ ਲੈ ਆਏ ਤੇ ਭਾਈ ਸੁਥਰੇ ਦੇ ਵਿੱਚ ਛਲ ਕਪਟ ਕੋਈ ਨਹੀਂ ਸੀ। ਸਰੀਰ ਕਰਕੇ ਗੁਰੂ ਪਿਆਰੋ, ਜਿਵੇਂ ਅਸੀਂ ਬਾਹਰੋਂ ਤਾਂ ਬੜੇ ਚੰਗੇ ਖਵਾਉਂਦੇ ਸੰਸਾਰ ਨੂੰ ਕਿ ਮੇਰੇ ਵਰਗਾ ਚੰਗਾ ਕੋਈ ਨਹੀਂ, ਪਰ ਅੰਦਰ ਛਲ ਕਪਟ, ਅੰਦਰ ਤਾਂ ਛੁਰੀ ਚੱਲਦੀ ਹੈ ਦੂਜੇ ਨੂੰ ਵੱਢਣ ਵਾਸਤੇ। ਪਰ ਭਾਈ ਸੁਥਰੇ ਦੇ ਮਨ ਵਿੱਚ ਕੋਈ ਛਲ ਕਪਟ ਨਹੀਂ। ਕਹਿੰਦੇ ਨੇ ਇੱਕ ਦਿਨ ਦੀਵਾਨ ਲੱਗਾ ਤੇ ਗੁਰੂ ਹਰਗੋਬਿੰਦ ਸਾਹਿਬ ਪਿਆਰ ਵੀ ਬੜਾ ਕਰਦੇ ਆ। ਬ੍ਰਹਮ ਗਿਆਨੀ ਦੀ ਅਵਸਥਾ ਹੋਈ ਭਾਈ ਸੁਥਰੇ ਨੂੰ। ਕਹਿੰਦੇ ਨੇ ਇੱਕ ਦਿਨ ਦੀਵਾਨ ਲੱਗਿਆ, ਪਰ ਜਦੋਂ ਦੀਵਾਨ ਲੱਗਿਆ, ਸੰਗਤ ਦੀਵਾਨ ਵਿੱਚ ਬੈਠੀ ਹੈ, ਕੀਰਤਨ ਚੱਲਦਾ ਪਿਆ ਤੇ ਭਾਈ ਸੁਥਰਾ ਪਿੱਛੋਂ ਆਉਂਦਾ, ਜਿਵੇਂ ਕੋਈ ਪਿੱਛੋਂ ਆ ਜਾਏ। ਕਹਿੰਦੇ ਪਿੱਛੋਂ ਆ ਕੇ ਗਾਲਾਂ ਕੱਢਣੀਆਂ ਆਰੰਭ ਕਰ ਦਿੱਤੀਆਂ।
ਕੁਝ ਸੰਗਤ ਪਿੱਛੇ ਬੈਠੀ ਸੀ, ਉਹਨਾਂ ਨੂੰ ਗਾਲਾਂ ਕੱਢੀਆਂ। ਜੋ ਤਵਾਰੀਖ ਵਿੱਚ ਆਉਂਦਾ ਗਾਲਾਂ ਕੱਢੀਆਂ ਤੇ ਗੁਰੂ ਪਿਆਰੋ ਗਾਲਾਂ ਕੱਢ ਕੇ ਬਾਹਰ ਚਲੇ ਗਏ। ਨਾਲ ਜਿਹੜੀ ਉੱਠ ਕੇ ਸੰਗਤ ਬੈਠੀ ਸੀ ਉਹ ਵੀ ਨਾਲ ਚਲੇ ਗਈ, ਬੋਲਣ ਲੱਗ ਪਈ, ਤੂੰ ਸਾਨੂੰ ਗਾਲਾਂ ਕੱਢੀਆਂ। ਗੱਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਤੱਕ ਆ ਗਈ। ਮਹਾਰਾਜ ਤੁਸੀਂ ਜਿਹਨੂੰ ਬੜਾ ਪਿਆਰ ਕਰਦੇ ਹੋ, ਲਾਡ ਲਡਾਉਂਦੇ, ਉਹਨੇ ਤੇ ਗਾਲਾਂ ਕੱਢੀਆਂ, ਸਾਨੂੰ ਮਾੜਾ ਬੋਲਿਆ। ਮਾਰੇ ਕਹਿੰਦੇ ਬੁਲਾ ਕੇ ਲਿਆਓ। ਭਾਈ ਸੁਥਰੇ ਨੂੰ ਬੁਲਾਇਆ, ਕਹਿੰਦੇ ਸੁਥਰੇ ਤੂੰ ਗਾਲਾਂ ਕੱਢੀਆਂ? ਕਹਿੰਦਾ ਹਾਂ ਮਹਾਰਾਜ ਕੱਢੀਆਂ। ਗੱਲ ਸਮਝਿਓ, ਬੜਾ ਡੂੰਘਾ ਵਿਚਾਰ। ਕਹਿੰਦੇ ਹਾਂ ਮਹਾਰਾਜ ਗਾਲਾਂ ਕੱਢੀਆਂ, ਕੋਈ ਸ਼ੱਕ ਨਹੀਂ। ਕਹਿੰਦੇ ਸੱਚੇ ਪਾਤਸ਼ਾਹ ਗਾਲਾਂ ਤੇ ਕੱਢੀਆਂ, ਮੈਂ ਦੇਖਣਾ ਚਾਹੁੰਦਾ ਸੀ ਇਹਨਾਂ ਦੀ ਸੁਰਤ ਕਿੱਥੇ ਹੈ। ਕਹਿੰਦੇ ਉਹ ਕਿਵੇਂ? ਕਹਿੰਦੇ ਜਦੋਂ ਮੈਂ ਤੁਹਾਨੂੰ ਗਾਲਾਂ ਕੱਢ ਰਿਹਾ ਸੀ ਉਦੋਂ ਸ਼ਬਦ ਕਿਹੜਾ ਚੱਲ ਰਿਹਾ ਸੀ, ਇਹ ਦੱਸ ਦਿਓ ਮੈਨੂੰ। ਹੁਣ ਧਿਆਨ ਤੇ ਹੈ ਹੀ ਨਹੀਂ ਸੀ ਸ਼ਬਦ ਵਿੱਚ। ਜਿਨ੍ਹਾਂ ਨੂੰ ਗਾਲਾਂ ਕੱਢੀਆਂ ਉਹਨਾਂ ਨੂੰ ਪੁੱਛਿਆ, ਦੱਸੋ ਭਾਈ ਜਦੋਂ ਭਾਈ ਸੁਥਰੇ ਨੇ ਗਾਲਾਂ ਕੱਢੀਆਂ ਤੁਹਾਡਾ ਮਨ ਕਿੱਥੇ ਸੀ, ਕਿਹੜਾ ਸ਼ਬਦ ਚੱਲ ਰਿਹਾ ਸੀ, ਕਿਹੜੀ ਵਿਚਾਰ ਚੱਲ ਰਹੀ ਸੀ? ਸੁਥਰਾ ਕਹਿੰਦਾ ਮਹਾਰਾਜ ਇਹ ਤੁਹਾਡੇ ਨਾਲ ਪਿਆਰ ਨਹੀਂ ਕਰਦੇ, ਮੇਰੇ ਨਾਲ ਪਿਆਰ ਕਰਦੇ ਆ। ਆਖੋ ਸਤਨਾਮ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਸਮਝਾਇਆ। ਭਾਈ ਸੁਥਰਾ ਜੀ ਨੇ ਇਹ ਬਹੁਤ ਕੋਤਕ ਰਚੇ ਗੁਰੂ ਹਰਗੋਬਿੰਦ ਸਾਹਿਬ ਨਾਲ, ਤੇ ਮਹਾਰਾਜ ਨੇ ਗੱਲ ਵਕੜੀ ਵਿੱਚ ਲਿਆ, ਪਿਆਰ ਕੀਤਾ ਸੁਥਰੇ ਨੂੰ ਤੇ ਸਮਝਾਇਆ ਸਿੱਖ ਸੰਗਤ ਨੂੰ, ਜੇ ਆਉਂਦੇ ਹੋ ਸਮਾਂ ਵੀ ਤੁਸੀਂ ਬਤੀਤ ਕਰਦੇ ਹੋ, ਪਰ ਜੇ ਉਹ ਸਮਾਂ ਤੁਸੀਂ ਅਜਾਈਂ ਗਵਾ ਲਿਆ ਫਿਰ ਫਾਇਦਾ ਕੀ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਜਦੋਂ ਭਾਈ ਗੁਰੂ ਘਰ ਆਉਣਾ ਹੈ ਤੇ ਗੁਰੂ ਘਰ ਆ ਕਰਕੇ ਜਿੰਨਾ ਵੀ ਹੋ ਸਕੇ ਜੋੜਨ ਦਾ, ਮਨ ਜੋੜਨ ਦਾ ਯਤਨ ਕਰਨਾ ਹੈ। ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹੈ ਕਿ ਜਦੋਂ ਭਾਈ ਪਰਮੇਸ਼ਰ ਵਾਹਿਗੁਰੂ ਨੂੰ ਧਿਆਉਣਾ, ਜਿਵੇਂ ਦੁਨਿਆਵੀ ਕੰਮ ਕਰਦੇ ਆ ਨਾ ਗੁਰੂ ਪਿਆਰਿਓ, ਇਹ ਸਾਡਾ ਬੜਾ ਮਨ ਇਕਾਗਰ ਰਹਿੰਦਾ। ਕੋਈ ਡਰਾਈਵਿੰਗ ਕਰਨੀ ਹੋਏ, ਕੋਈ ਕੈਲਕੂਲੇਟਰ ਕਰਨਾ ਹੋਏ, ਹਿਸਾਬ ਕਿਤਾਬ, ਬੜਾ ਧਿਆਨ ਰਹਿੰਦਾ। ਪਰ ਜੇ ਅਸੀਂ ਗੁਰੂ ਘਰ ਕਿਤੇ ਆ ਜਾਈਏ ਤੇ ਗੁਰੂ ਪਿਆਰਿਓ ਕਿਤੇ ਸਾਡਾ ਮਨ ਨਹੀਂ ਲੱਗਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਸੁਰਤ ਨਾਮ ਜੰਤਰ ਹੈ ਨਾ ਸਾਡੇ ਸਰੀਰ ਵਿੱਚ, ਸਾਰੇ ਅੰਗ ਕੰਮ ਕਰਦੇ ਆ, ਕੰਨ ਨੱਕ ਅੱਖਾਂ ਸਭ ਕੁਝ ਕੰਮ ਕਰਦੀਆਂ, ਪਰ ਮਹਾਰਾਜ ਕਹਿੰਦੇ ਇੱਕੋ ਹੀ ਸੁਰਤ ਹੈ, ਉਹ ਸੁੱਤੀ ਰਹਿੰਦੀ ਹੈ। ਉਹ ਸੁੱਤੀ ਕਿਵੇਂ ਆ ਕਿ ਜਿੰਨਾ ਚਿਰ ਸੁਰਤ ਸੁੱਤੀ ਰਹਿੰਦੀ ਹੈ ਸਾਨੂੰ ਪਤਾ ਹੀ ਕੁਝ ਨਹੀਂ ਲੱਗਦਾ, ਸਾਨੂੰ ਗਿਆਨ ਪ੍ਰਾਪਤ ਹੀ ਨਹੀਂ ਹੁੰਦਾ। ਗੁਰੂ ਪਿਆਰਿਓ ਮਹਾਰਾਜ ਜਪਜੀ ਸਾਹਿਬ ਦਾ ਬਚਨ ਆਵੇਗਾ ਅੱਗੇ, ਸਤਿਗੁਰੂ ਕਹਿੰਦੇ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਅਗਲਾ ਬਚਨ ਆਵੇਗਾ। ਮੈਂ ਤਾਂ ਇਹ ਬਚਨ ਜੋੜਿਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ 4 ਅਵਸਥਾਵਾਂ ਹਨ ਸਰੀਰ ਦੀਆਂ। ਇਸ ਪੌੜੀ ਵਿੱਚ, ਇਸ ਪੰਕਤੀ ਵਿੱਚ 4 ਅਵਸਥਾਵਾਂ ਨੇ। ਇਹ ਗੁਰੂ ਕੋਲੋਂ ਜਦੋਂ ਅਸੀਂ ਆਵਾਂਗੇ, ਵਾਰ-ਵਾਰ ਬਾਣੀ ਨੂੰ ਪੜਾਂਗੇ, ਨਾਮ ਜਪਾਂਗੇ, ਇਹ 4 ਅਵਸਥਾ ਮਿਲ ਜਾਣਗੀਆਂ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਇਹ 4 ਅਵਸਥਾਵਾਂ ਨੇ। ਫਿਰ ਵਿਚਾਰ ਕਰਾਂਗੇ ਅਗਲੇ ਦੀਵਾਨ ਵਿੱਚ। ਸਤਿਗੁਰੂ ਕਹਿੰਦੇ ਜਦੋਂ ਕੋਈ ਸਤਿਗੁਰ ਦੇ ਕੋਲ ਆਉਂਦਾ ਹੈ, ਬਾਣੀ ਪੜਦਾ, ਨਾਮ ਨੂੰ ਸੁਣਦਾ, ਨਾਮ ਨੂੰ ਗਾਉਂਦਾ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸ਼ਬਦ ਦੀ ਐਸੀ ਚੋਟ ਲੱਗਦੀ ਹੈ, ਕਿਉਂਕਿ ਵਾਰ-ਵਾਰ ਜਿਹੜਾ ਅਸੀਂ ਕੰਮ ਕਰਾਂਗੇ ਨਾ, ਇੱਕ ਦਿਨ ਗੁਰੂ ਰੀਝ ਜਾਏਗਾ ਤੇ ਸ਼ਬਦ ਦੀ ਚੋਟ ਐਸੀ ਲੱਗੇਗੀ ਗੁਰੂ ਪਿਆਰਿਓ, ਉਹ ਜੰਤਰ ਜਿਹੜਾ ਸਦਾ ਹੀ ਮਨ ਸੁਰਤ ਸੁੱਤੀ ਰਹਿੰਦੀ ਹੈ। ਤਾਂ ਹੀ ਬਾਣੀ ਨੇ ਬਚਨ ਕੀਤਾ ਸੀ ਨਾ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਇੱਕ ਦਿਨ ਫਿਰ ਸ਼ਬਦ ਦੀ ਚੋਟ ਨਾਲ ਗੁਰੂ ਪਿਆਰਿਓ ਮਨ ਸਦਾ ਲਈ ਜਾਗ ਜਾਏਗਾ। ਹੁਣ ਕਬੀਰ ਸਾਹਿਬ ਨੇ ਪੁੱਛੀਏ, ਕਬੀਰ ਸਾਹਿਬ ਤੇ ਵਾਰ-ਵਾਰ ਕਹਿੰਦੇ ਕਬੀਰ ਸੁੱਤਾ ਕਿਆ ਕਰੇ। ਹੁਣ ਸਰੀਰ ਤੇ ਨਹੀਂ ਸੁੱਤਾ ਨਾ, ਮਨ ਸੁੱਤਾ ਹੈ, ਸੁਰਤ ਸੁੱਤੀ ਹੈ। ਵਾਰ-ਵਾਰ ਬਾਣੀ ਨੂੰ ਪੜਿਓ ਗੁਰੂ ਪਿਆਰਿਓ, ਬਾਣੀ ਬੜਾ ਕੁਝ ਸਮਝਾਉਂਦੀ ਹੈ। ਕਬੀਰ ਸਾਹਿਬ ਕਹਿੰਦੇ ਕਬੀਰ ਸੁੱਤਾ ਕਿਆ ਕਰੇ, ਬੈਠਾ ਰੋਰ ਜਾਗ, ਜਾ ਕੇ ਸੰਗ ਤੇ ਬਿਸ਼ਰਾ, ਤਾਹੀ ਕੇ ਸੰਗ ਲਾਗ। ਹੁਣ ਇੱਥੇ ਸਰੀਰ ਨੂੰ ਨਹੀਂ ਕਿਹਾ, ਸਰੀਰ ਤੇ ਜਾਗਦਾ ਹੀ ਹੈ, ਸਾਰਾ ਦਿਨ ਕੰਮ ਕਰਦਾ। ਤੇ ਕਬੀਰ ਸੁੱਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਣ ਪਸਾਰ। ਇਹ ਮਨ ਦੀ ਗੱਲ ਕੀਤੀ ਹੈ, ਸੁਰਤ ਦੀ ਗੱਲ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇੱਕ ਦਿਨ ਜਦੋਂ ਵਾਰ-ਵਾਰ ਸਤਿਗੁਰ ਦਾ ਧਿਆਨ ਕਰੇਗਾ, ਵਾਰ-ਵਾਰ ਬਾਣੀ ਪੜੇਗਾ ਤੇ ਸ਼ਬਦ ਦੀ ਚੋਟ ਐਸੀ ਲੱਗੇਗੀ, ਸੁਰਤ ਜਾਗ ਜਾਏਗੀ। ਫਿਰ ਕਦੇ ਸਾਨੂੰ ਵਾਰ-ਵਾਰ ਕਿਉਂ ਕਿਹਾ ਮਹਾਰਾਜ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਵਾਰ-ਵਾਰ ਮਹਾਰਾਜ ਨੇ ਬਚਨ ਕੀਤੇ, ਵਾਰ-ਵਾਰ ਬਾਣੀ ਨੂੰ ਸਿਮਰ, ਵਾਰ-ਵਾਰ ਨਾਮ ਜਪ। ਇੱਕ ਦਿਨ ਸਤਿਗੁਰ ਕਹਿੰਦੇ ਸ਼ਬਦ ਦੀ ਚੋਟ ਨਾਲ ਸਦਾ ਲਈ ਜਾਗ ਜਾਏਗਾ। ਆਖੋ ਸਤਨਾਮ।
ਇਹ ਸ਼ਬਦ ਦੀ ਚੋਟ ਹੈ ਗੁਰੂ ਪਿਆਰਿਓ। ਅੱਜ ਦਾ ਜੋ ਪਾਵਨ ਸ਼ਬਦ ਹੈ, ਸਤਿਗੁਰ ਕਹਿੰਦੇ ਸੁਣਿਆ ਈਸ਼ਰ ਬਰਮਾ ਇੰਦ। ਸੁਣਨ ਦੇ ਨਾਲ ਬ੍ਰਹਮਾ ਤੇ ਈਸ਼ਰ ਵਰਗੀ ਜਿਹੜੀ ਪਦਵੀ ਹੈ, ਇਹ ਜਿਹੜੀਆਂ ਸ਼ਕਤੀਆਂ ਉੱਥੋਂ ਤੱਕ ਮਨੁੱਖ ਅੱਪੜ ਜਾਂਦਾ ਹੈ। ਤੇ ਸੁਣਿਆ ਮੁਖ ਸਾਲਾਹਣ ਮੰਦ, ਜਦੋਂ ਮੰਦ ਬੁੱਧੀ ਵਾਲਾ, ਜਿਹਨੂੰ ਪਤਾ ਹੀ ਕੁਝ ਨਹੀਂ, ਪਾਗਲ ਕਹਿ ਦਈਏ, ਜਿਹਨੂੰ ਸੋਝੀ ਕੁਝ ਨਹੀਂ, ਸਤਿਗੁਰ ਕਹਿੰਦੇ ਜਦੋਂ ਮਨੁੱਖ ਪਰਮਾਤਮਾ ਦੇ ਨਾਮ ਦੀ ਗੱਲ ਕਰਦਾ ਹੈ, ਗੁਰੂ ਪਿਆਰਿਓ, ਉਹਨੂੰ ਸੋਝੀ ਆ ਜਾਂਦੀ ਹੈ। ਤੇ ਅਗਲਾ ਬਚਨ ਸੁਣਿਆ ਜੋਗ ਜੁਗਤ ਤਨ ਭੇਦ। ਪਰਮਾਤਮਾ ਦੇ ਨਾਮ ਨੂੰ ਸੁਣਨ ਵਾਲਾ, ਗੁਰੂ ਪਿਆਰਿਓ, ਅੱਖਾਂ ਕੰਨ ਜੀਭ ਆਦਿਕ ਇੰਦਰੀਆਂ ਜਿਹੜੀਆਂ ਨੇ ਉਹ ਵਿਕਾਰਾਂ ਤੋਂ ਦੂਰ ਹੋ ਜਾਂਦੀਆਂ। ਆ ਮਨ ਵਿਕਾਰਾਂ ਦੇ ਨਾਲ, ਅੱਖਾਂ ਵੀ, ਮਨ ਸੋਇਆ ਮਾਇਆ ਬਿਸਮਾਦ। ਮੈਂ ਪਿਛਲੇ ਦੀਵਾਨ ਵਿੱਚ ਬੇਨਤੀ ਕੀਤੀ, ਮਨ ਸੁੱਤਾ ਹੀ ਰਹਿੰਦਾ। ਮਨ ਸੋਇਆ ਮਾਇਆ ਬਿਸਮਾਦ, ਮਨ ਤੇ ਮਾਇਆ ਵਿੱਚ ਸੁੱਤਾ ਪਿਆ। ਇਹ ਕਿੱਥੇ ਗੱਲ ਗੁਰੂ ਦੀ ਸੁਣਦਾ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਭਾਈ ਨਾਮ ਨੂੰ ਸੁਣਨ ਦੀ ਬਰਕਤ ਹੈ। ਸੁਣਿਆ ਸ਼ਾਸਤਰ ਸਿਮਰਿਤ ਵੇਦ, ਨਾਨਕ ਭਗਤਾਂ ਸਦਾ ਵਿਗਾਸ। ਸੁਣਿਆ ਦੁਖ, ਆ ਸੁਣਨ ਦੀ ਗੱਲ ਹੈ ਗੁਰੂ ਪਿਆਰਿਓ। ਜਿਨ੍ਹਾਂ ਨੇ ਸੁਣ ਲਿਆ ਉਹ ਮਤ ਬੁੱਧੀ ਲੋਕ ਵੀ ਗਿਆਨ ਵਾਲੇ ਹੋ ਗਏ। ਤੇ ਜਿਨ੍ਹਾਂ ਨੇ ਬਾਣੀ ਨੂੰ ਸੁਣ ਲਿਆ, ਇੱਕ ਬਚਨ ਹੋਰ ਆਉਂਦਾ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ। ਇਹ ਬਾਣੀ ਦਾ ਬਚਨ ਹੈ। ਗੁਰੂ ਸਾਹਿਬ ਕਹਿੰਦੇ ਹੁਣ ਪਿੰਗਲਾ ਬੰਦਾ ਕਿਵੇਂ ਪਹਾੜ ਤੇ ਚੜ ਜਾਏਗਾ? ਉਦਾਹਰਣ ਦੇਖੋ, ਪਿੰਗਲ ਪਰਬਤ ਪਾਰ ਪਰੇ, ਕਹਿੰਦੇ ਜਿਹੜਾ ਸਰੀਰ ਕਰਕੇ ਪਿੰਗਲਾ ਹੈ ਉਹ ਕਿਵੇਂ ਪਹਾੜ ਤੇ ਚੜ ਜਾਏਗਾ? ਮਹਾਰਾਜ ਕਹਿੰਦੇ ਨਾਮ ਵਿੱਚ ਐਸੀ ਤਾਕਤ ਹੈ, ਉਹ ਪਹਾੜ ਤੇ ਚੜ ਜਾਏਗਾ। ਅਗਲਾ ਬਚਨ ਖਲ ਚਤਰ ਬਕੀਤਾ, ਜਿਹਨੂੰ ਕੁਝ ਆਉਂਦਾ ਹੀ ਨਹੀਂ, ਗਿਆਨ ਨਹੀਂ, ਮਤ ਬੁੱਧ ਹੈ, ਨਾਮ ਨੂੰ ਸੁਣਨ ਦੇ ਨਾਲ ਉਹਨੂੰ ਗਿਆਨ ਪ੍ਰਾਪਤ ਹੋ ਜਾਏਗਾ। ਸਤਿਗੁਰ ਕਹਿੰਦੇ ਗੁਪਤ ਪ੍ਰਗਟ ਸਭ ਜਾਣੀਏ, ਜੇ ਮਨ ਰਾਖੈ ਠਾਏ। ਜਿਹੜਾ ਮਨ ਕਰਕੇ ਸਤਿਗੁਰ ਨਾਲ ਸੁਰਤ ਜੋੜ ਲੈਂਦਾ, ਮਨ ਨੂੰ ਜਗਾ ਲੈਂਦਾ, ਗੁਰੂ ਪਿਆਰਿਓ, ਸਾਰੇ ਬ੍ਰਹਿਮੰਡ ਵਿੱਚ ਨੂੰ ਪ੍ਰਮਾਤਮਾ ਦੇ ਦੀਦਾਰ ਹੋਣ ਲੱਗ ਪੈਂਦੇ ਆ। ਭਾਈ ਕਨ੍ਹਈਆ ਜੀ ਨੂੰ ਸਾਰਿਆਂ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਹੋਣ ਲੱਗ ਪਏ। ਇਹ ਨਾਮ ਦੀ ਬਰਕਤ ਹੈ ਗੁਰੂ ਪਿਆਰਿਓ। ਆਓ ਮੈਂ ਬੇਨਤੀ ਕਰਾਂ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਿ ਨਾਨਕ ਭਗਤਾਂ ਸਦਾ ਵਿਗਾਸ। ਸੁਣਿਆ ਦੁਖ ਪਾਪ ਕਾ ਨਾਸ। ਆਓ ਦੋ ਪੰਕਤੀਆਂ ਸਾਰੀ ਸੰਗਤ, ਕੋਈ ਵੀ ਰਸਨਾ ਬਾਂਝੀ ਨਾ ਰਵੇ, ਬੜੇ ਪਿਆਰ ਨਾਲ ਹਾਜ਼ਰੀਆਂ ਲਵਾਇਓ। ਨਾਨਕ ਭਗਤਾਂ ਸਦਾ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ। ਵਾਹ ਵਾਹ ਕਰੋ ਕਿਰਪਾ। ਨਾਨਕ ਭਗਤਾਂ ਸਦਾ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ। ਸੁਣਿਐ ਦੁਖ ਪਾਪ ਕਾ ਨਾਸ, ਸੁਣਿਐ ਦੁਖ ਪਾਪ ਕਾ ਨਾਸ। ਸੁਣਿਐ ਦੁਖ ਪਾਪ ਕਾ ਨਾਸ, ਸੁਣਿਐ ਦੁਖ ਪਾਪ ਕਾ ਨਾਸ। ਸਤਿਗੁਰੂ ਦੀ ਪਾਵਨ ਵਿਚਾਰ ਕਰਦੇ ਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ। ਧੰਨ ਗੁਰੂ ਗ੍ਰੰਥ ਸਾਹਿਬ ਆਪ ਸਮੂਹ ਸੰਗਤਾਂ ਬਖਸ਼ਣ ਯੋਗ ਨੇ, ਬਖਸ਼ ਲੈਣਾ। ਅਗਾਂਹ ਦੇ ਜੀਵਨ ਵਿੱਚ ਆਉਣ ਵਾਲੇ ਦੀਵਾਨ ਵਿੱਚ ਜੋ 10ਵੀਂ ਪੌੜੀ ਦੀ ਵਿਚਾਰ ਆਪਾਂ ਕੱਲ ਕਰਨੀ ਹੈ। ਸਤਿਗੁਰੂ ਗਾਵਿਆ ਸੁਣਿਆ ਥਾਏ ਪਾ ਕਰਕੇ, ਮਹਾਰਾਜ ਅਗਲੇ ਆਉਣ ਵਾਲੇ ਦੀਵਾਨਾਂ ਵਿੱਚ ਵੱਧ ਚੜ ਕੇ ਕਥਾ ਦੀ ਦਾਤ, ਵਿਚਾਰ ਕਰਨ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ।